ਜਦੋਂ ਆਤਮਾ ਉਸ ਵਿਸ਼ਵ ਆਤਮਾ ਦਾ ਅੰਤਰਬੋਧ ਪ੍ਰਾਪਤ ਕਰਕੇ ਉਸ ਵਿੱਚ ਲੀਨ ਹੋ ਜਾਂਦੀ ਹੈ, ਉਦੋਂ ਜੀਵ ਚੇਤਨ ਆਤਮਾ ਵਿੱਚ ਏਕਾਕਾਰ ਹੋ ਜਾਂਦਾ ਹੈ। ਤਦ ਅਵਿਨਾਸ਼ੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਉਸ ਪ੍ਰਾਪਤੀ ਵਿੱਚ ਹੀ ਜੀਵਨ ਦੀ ਖੂਬਸੂਰਤੀ ਹੈ, ਸ਼ਾਂਤੀ ਹੈ, ਮੰਗਲ ਹੈ, ਅੰਮ੍ਰਿਤ ਹੈ। ਉਹ ਵਿਸ਼ਵ ਆਤਮਾ ਜੋ ਸਰਵ ਵਿਆਪਕ ਹੈ, ਅੰਤਰਬੋਧ ਪ੍ਰਾਪਤ ਕਰਨ ਤੋਂ ਬਾਅਦ ਮਨੁੱਖ ਨਿਡਰ ਹੋ ਕੇ ਵਿਚਰਨ ਕਰਦਾ ਹੈ, ਹਰ ਥਾਂ ਉਸਦੇ ਦਰਸ਼ਨ ਕਰਦਾ ਹੈ, ਤਾਂ ਹੀ ਉਸਨੂੰ ਹੋਰ ਕੁਝ ਦਿਖਾਈ ਹੀ ਨਹੀਂ ਦਿੰਦਾ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ। ਪੁਸਤਕ ਦਾ ਨਾਮ ਅਧਿਆਤਮਿਕ ਦ੍ਰਿਸ਼ਟੀਕੋਣ ਅਤੇ ਅਨੰਤ ਆਤਮ ਬਲ। ਪੁਸਤਕ ਦੀ ਜਾਣਕਾਰੀ। ਅਧਿਆਤਮਿਕ ਜੀਵਨ ਜਿਉਣ ਦਾ ਕੀ ਅਰਥ ਹੈ? ਜੇਕਰ ਇਹ ਪ੍ਰਸ਼ਨ ਕਿਸੇ ਸਧਾਰਨ ਵਿਅਕਤੀ ਨੂੰ ਪੁੱਛਿਆ ਜਾਵੇ ਤਾਂ ਉਸਦਾ ਉੱਤਰ ਇੱਕ ਹੀ ਹੋਵੇਗਾ, ਸੰਸਾਰ ਨੂੰ ਤਿਆਗ ਕੇ ਮੁਕਤੀ ਦੇ ਮਾਰਗ ਤੇ ਚੱਲਣਾ ਹੀ ਅਧਿਆਤਮਿਕ ਜੀਵਨ ਜਿਉਣਾ ਹੈ। ਪਰ ਕੀ ਇਹ ਉਚਿਤ ਹੈ? ਆਪਣੇ ਕਰਤੱਵਾਂ ਤੋਂ ਮੂੰਹ ਮੋੜਨਾ। ਜੇਕਰ ਅਧਿਆਤਮ ਹੁੰਦਾ ਤਾਂ ਪੁਰਾਣੇ ਸਮਿਆਂ ਵਿੱਚ ਰਿਸ਼ੀ ਗ੍ਰਹਸਥੀ ਕਿਉਂ ਹੁੰਦੇ? ਉਹ ਸਾਰੇ ਤਾਂ ਘਰ ਗ੍ਰਹਸਥੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਲੋਕ ਭਲਾਈ ਅਤੇ ਆਤਮ ਕਲਿਆਣ ਦੇ ਮਾਰਗ ਤੇ ਚੱਲਦੇ ਸਨ। ਕੀ ਅਜਿਹਾ ਤਾਂ ਨਹੀਂ ਕਿ ਅਸੀਂ ਅਧਿਆਤਮ ਦੀ ਸਹੀ ਪਰਿਭਾਸ਼ਾ ਨੂੰ ਨਾ ਸਮਝਣ ਦੀ ਭੁੱਲ ਕਰ ਰਹੇ ਹਾਂ ਅਤੇ ਇਸ ਕਾਰਨ ਆਪਣਾ ਆਤਮ ਬਲ ਗੁਆ ਰਹੇ ਹਾਂ? ਆਓ ਕੁਝ ਪ੍ਰਸ਼ਨਾਂ ਤੇ ਵਿਚਾਰ ਕਰੀਏ। ਸਾਡੀ ਅਧਿਆਤਮਿਕ ਸਾਧਨਾ ਦਾ ਉਦੇਸ਼ ਕੀ ਹੈ? ਉਹ ਵਿਸ਼ਵ ਵਿਆਪੀ ਚੇਤਨਾ, ਵਿਸ਼ਵ ਆਤਮਾ ਕੀ ਹੈ? ਕੀ ਅਜਿਹਾ ਅਧਿਆਤਮ ਜੋ ਜੀਵਨ ਨੂੰ ਗੈਰ ਕੁਦਰਤੀ ਬਣਾ ਦੇਵੇ ਤੇ ਮਨੁੱਖ ਦਾ ਕਲਿਆਣ ਕਰ ਸਕਦਾ ਹੈ? ਸੰਸਾਰ ਮਾਇਆ ਹੈ, ਇਸ ਕਥਨ ਦਾ ਕੀ ਮਤਲਬ ਹੈ? ਦੈਵੀ ਕਿਰਪਾ ਕਿਸ ਆਧਾਰ ਤੇ ਪ੍ਰਾਪਤ ਹੁੰਦੀ ਹੈ? ਕੀ ਅਜੋਕੇ ਅਨਘੜ ਜੀਵਨ ਨੂੰ ਆਪਣੀ ਮਰਜ਼ੀ ਅਨੁਸਾਰ ਫਿਰ ਤੋਂ ਪੁਨਰ ਨਿਰਮਾਣ ਕਰਨਾ, ਹੀਨਤਾ ਨੂੰ ਸ਼੍ਰੇਸ਼ਟਤਾ ਵਿੱਚ ਬਦਲਣਾ ਸੰਭਵ ਹੈ? ਇਹਨਾਂ ਸਾਰੇ ਸਵਾਲਾਂ ਦੇ ਉੱਤਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈ ਇਹ ਪੁਸਤਕ, ਜੋ ਦੱਸਦੀ ਹੈ ਕਿ ਮਨੁੱਖੀ ਜੀਵਨ ਨੂੰ ਸ਼੍ਰੇਸ਼ਟਤਾ ਦੀ, ਪੂਰਨਤਾ ਦੀ, ਉਦੇਸ਼ ਪ੍ਰਾਪਤੀ ਦੀ ਅੰਤਿਮ ਮੰਜ਼ਿਲ ਤੱਕ ਪਹੁੰਚਾਉਣ ਦਾ ਇੱਕੋ ਇੱਕ ਮਾਰਗ ਅਧਿਆਤਮ ਹੈ। ਪੁਸਤਕ ਦੇ ਕੁਝ ਅੰਸ਼ ਮੱਛੀ ਜਿਵੇਂ ਮਾਸ ਨੂੰ ਦੇਖਦੀ ਹੈ, ਉਸਦੇ ਹੇਠਾਂ ਛੁਪੇ ਕੰਡੇ ਨੂੰ ਨਹੀਂ ਦੇਖਦੀ, ਉਸੇ ਤਰ੍ਹਾਂ ਸੰਸਾਰਕ ਭੋਗਾਂ ਦੇ ਆਕਰਸ਼ਣ ਨੂੰ ਹੀ ਦੇਖਦਾ ਹੈ। ਇਹਨਾਂ ਭੋਗਾਂ ਦੇ ਨਤੀਜੇ ਵਜੋਂ ਆਉਣ ਵਾਲੇ ਦੁੱਖਾਂ ਨੂੰ ਵੀ ਨਹੀਂ ਦੇਖਦਾ। ਸੰਸਾਰ ਝੂਠਾ ਇਸੇ ਕਾਰਨ ਹੈ ਕਿਉਂਕਿ ਇੱਥੇ ਮਨੁੱਖ ਸੁੱਖ ਦੀ ਮ੍ਰਿਗ ਤ੍ਰਿਸ਼ਨਾ ਵਿੱਚ ਭਟਕ ਜਾਂਦਾ ਹੈ ਅਤੇ ਪਾਪ ਕਰਨ ਲੱਗਦਾ ਹੈ, ਜਿਸ ਤੋਂ ਉਹ ਆਪਣੇ ਜੀਵਨ ਦੇ ਉਦੇਸ਼ ਨੂੰ ਭੁੱਲ ਕੇ ਜਨਮਾਂ ਜਨਮਾਂ ਤੱਕ ਇੱਥੇ ਦੁੱਖ ਅਤੇ ਕਸ਼ਟ ਭੋਗਦਾ ਰਹਿੰਦਾ ਹੈ। ਗੁਰੂਜਨ ਕਿਰਪਾ ਜ਼ਰੂਰ ਕਰਦੇ ਹਨ ਅਤੇ ਉਹਨਾਂ ਦੇ ਆਸ਼ੀਰਵਾਦ ਨਾਲ ਲੋਕਾਂ ਦਾ ਭਲਾ ਵੀ ਜ਼ਰੂਰ ਹੁੰਦਾ ਹੈ, ਪਰ ਉਹ ਕਿਰਪਾ ਸ਼ੁੱਧ ਰੂਪ ਤੋਂ ਬਿਨੇਕਾਰ ਦੀ ਯੋਗਤਾ ਤੇ ਨਿਰਭਰ ਕਰਦੀ ਹੈ। ਫਰਜ਼ ਨਿਭਾਉਣ, ਰੁਚੀ ਅਤੇ ਅਣਚਾਹੇ ਕੰਮਾਂ ਤੋਂ ਸੰਨਿਆਸ ਲੈਣ ਦੀ ਪ੍ਰੇਰਨਾ ਨੂੰ ਈਸ਼ਵਰੀ ਪ੍ਰੇਰਨਾ ਕਿਹਾ ਜਾਂਦਾ ਹੈ। ਸਥਿਰ ਬੁੱਧੀ ਨਾਲ ਨਿਰੰਤਰ ਕੋਸ਼ਿਸ਼ ਕਰਦੇ ਰਹਿਣਾ ਅਤੇ ਫਲ ਪ੍ਰਾਪਤੀ ਵਿੱਚ ਦੇਰੀ ਹੁੰਦੇ ਦੇਖ ਕੇ ਬੇਚੈਨ ਨਾ ਹੋਵੋ, ਬਲਕਿ ਦੁੱਗਣੇ ਜੋਸ਼ ਤੋਂ ਕੋਸ਼ਿਸ਼ ਕਰਨ ਦੀ ਫੁਰਤੀ ਜਿੱਥੇ ਵੀ ਹੋਵੇਗੀ, ਉੱਥੇ ਸਫਲਤਾ ਹੱਥ ਜੋੜ ਕੇ ਪੈਰ ਚੁੰਮਣ, ਸਰ ਝੁਕਾ ਕੇ ਖੜੀ ਹੋਵੇਗੀ। ਦੂਜੇ ਤੋਂ ਅੱਗੇ ਵਧਣ ਦੀ ਇੱਛਾ ਦੀ ਪ੍ਰਵਿਰਤੀ ਕੁਦਰਤੀ ਹੈ। ਇਸ ਲਈ ਸ਼੍ਰੇਸ਼ਟਤਾ ਸਿੱਧ ਕਰਨ ਦੇ ਲਈ ਖੇਡ ਕੂਦ, ਸਿਹਤ ਸੰਭਾਲ, ਕਲਾ ਆਦਿ ਵਿੱਚ ਵਿਸ਼ੇਸ਼ਤਾ, ਉਦਾਰ ਸੇਵਾ ਸਾਧਨਾ ਵਰਗੇ ਦੂਜੇ ਖੇਤਰ ਲੱਭੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਲੋਕ ਆਪਣੀ ਵਿਸ਼ੇਸ਼ਤਾ ਬਿਨਾਂ ਨਿਰਾਦਰ ਕਰਨ ਜਾਂ ਦੁੱਖ ਦੇ ਕੇ ਹੀ ਸਿੱਧ ਕਰ ਸਕਣ। ਇਹ ਜਾਤ-ਪਾਤ, ਈਸ਼ਵਰਵਾਦ, ਧਾਰਮਿਕ ਲੋਕਾਂ ਦੇ ਸਵਾਰਥੀ ਹਿੱਤਾਂ ਦੀ ਪੂਰਤੀ ਕਰਦਾ ਹੈ, ਪਰ ਭਾਵਕ ਭਗਤ ਭਰਮ ਜਾਲ ਵਿੱਚ ਹੀ ਫਸੇ ਹੋਏ ਧਨ ਅਤੇ ਸਮਾਂ ਬਰਬਾਦ ਕਰਦੇ ਰਹਿੰਦੇ ਹਨ। ਦਾਰਸ਼ਨਿਕ ਵਿਵੇਚਨਾ ਵਿੱਚ ਇਸ ਭਗਤੀ ਮਾਰਗ ਦੀ ਹੋਂਦ ਲਈ ਕੋਈ ਥਾਂ ਨਹੀਂ ਹੈ। ਵੇਦਾਂਤ ਨੇ ਆਤਮਾ ਦੀ ਸ਼ੁੱਧਤਾ ਨੂੰ ਪਰਮਾਤਮਾ ਮੰਨਿਆ ਹੈ ਅਤੇ ਸ਼੍ਰੇਸ਼ਟਤਾ ਤੋਂ ਭਰਪੂਰ ਅੰਤःਕਰਨ ਹੀ ਬ੍ਰਹਮਲੋਕ ਹੈ। ਪੁਸਤਕ ਦੇ ਕੁਝ ਬਿੰਦੂ। ਅਧਿਆਤਮ ਦੀ ਮੂਲ ਪ੍ਰੇਰਣ ਅਤੇ ਅੰਤਮ ਉਦੇਸ਼। ਅਨੰਤ ਸ਼ਕਤੀ ਦਾ ਸਰੋਤ ਅਧਿਆਤਮ, ਉਸਦੀ ਪ੍ਰਕਿਰਿਆ ਅਤੇ ਸਰੂਪ। ਅਧਿਆਤਮ ਹੀ ਸਭ ਸਮੱਸਿਆਵਾਂ ਦੇ ਹੱਲ ਕਰਨ ਵਿੱਚ ਸਮਰਥ। ਅਰਸ਼ ਅਧਿਆਤਮ ਦਾ ਉਜਲ ਭਵਿੱਖ।